ਹੈਲੋ ਡੀਅਰ ਸਟੂਡੈਂਟਸ, ਸਵਾਗਤ ਹੈ ਤੁਹਾਡਾ ਅੱਜ ਦੇ ਵੀਡੀਓ ਲੈਸਨ ਦੇ ਵਿੱਚ। ਅੱਜ ਮੈਂ ਤੁਹਾਡੇ ਲਈ ਤੁਹਾਡੀ ਜਿਹੜੀ ਬੁੱਕ ਹੈ ਉਹਦਾ ਲੈਸਨ ਨੰਬਰ 7th ਦੇ ਅੰਡਰ ਐਕਟੀਵਿਟੀ ਆ, ਠੀਕ ਹੈ, ਉਹ ਲੈ ਕੇ ਆਈ ਹਾਂ ਲਰਨਿੰਗ ਟੂ ਰਾਈਟ ਪੈਰਾਗ੍ਰਾਫਸ। ਸੋ ਪੈਰਾਗ੍ਰਾਫ ਰਾਈਟਿੰਗ ਕਰਨ ਜਾ ਰਹੇ ਹਾਂ, ਜਿਹਦੇ ਵਿੱਚੋਂ ਅੱਜ ਦਾ ਪੈਰਾ ਜਿਹੜਾ ਇਸ ਵੀਡੀਓ ਦੇ ਵਿੱਚ ਅਸੀਂ ਕਵਰ ਕਰਾਂਗੇ ਉਹ ਹੈਗਾ ਅ ਪਿਕਨਿਕ ਜਾਂ ਆ ਸਕੂਲ ਪਿਕਨਿਕ, ਦੋਨੋਂ ਸੇਮ ਹੀ ਹੈ। ਠੀਕ, ਇਹ ਕਿਸੇ ਵੀ ਕਲਾਸ ਦੇ ਹੋਰ ਕਲਾਸ ਦੇ ਕਿਸੇ ਦੇ ਸਿਲੇਬਸ ਦੇ ਵਿੱਚ ਵੀ ਹੋ ਸਕਦਾ। ਅਗਰ ਹੈ ਤਾਂ ਉਹ ਬੱਚੇ ਵੀ ਕਰਨ, 8th ਵਾਲਿਆਂ ਨੇ ਕਰਨਾ ਹੀ ਕਰਨਾ, ਕਿਉਂਕਿ ਉਹਨਾਂ ਦੇ ਮੈਂ ਤੁਹਾਨੂੰ ਹੁਣੇ ਦੱਸਿਆ 7th ਲੈਸਨ ਦੇ ਵਿੱਚ ਇਹ ਵਾਲਾ ਹੈਗਾ ਗਾ ਬੇਟਾ। 3 ਪੈਰਾਗ੍ਰਾਫਸ ਦਿੱਤੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਅੱਜ ਅਸੀਂ ਜਿਹੜਾ ਆ ਸਕੂਲ ਪਿਕਨਿਕ ਉਹ ਕਰਨ ਜਾ ਰਹੇ ਹਾਂ। ਠੀਕ ਹੈ, ਕੀ ਲਿਖਿਆ ਹੋਇਆ ਦੇਖੋ। ਫਸਟ ਆਫ ਆਲ ਉਹਨਾਂ ਨੇ ਦੱਸਿਆ ਗਿਆ ਪੈਰਾਗ੍ਰਾਫ ਕੀ ਹੁੰਦਾ ਹੈ ਨਾ। ਇਹ ਲਾਈਨਾਂ ਤੁਹਾਡੇ ਸਾਹਮਣੇ ਲਿਖੀਆਂ ਹੋਈਆਂ ਨੇ। ਅ ਪੈਰਾਗ੍ਰਾਫ ਇਜ਼ ਅ ਗਰੁੱਪ ਆਫ ਸੈਂਟੈਂਸਿਸ ਦੈਟ ਆਰ ਰਿਟਨ ਔਨ ਅ ਟੋਪਿਕ। ਪੈਰਾਗ੍ਰਾਫ ਇੱਕ ਸੈਂਟੈਂਸਾਂ ਦਾ ਸਮੂਹ ਆ, ਬਾਕਾਂ ਦਾ ਸਮੂਹ ਆ, ਜਿਹੜਾ ਕਿਸੇ ਇੱਕ ਟੋਪਿਕ 'ਤੇ ਲਿਖੇ ਗਏ ਨੇ। ਠੀਕ ਹੈ, ਇਟ ਰਿਕੁਆਇਰਸ ਯੂਨਿਟੀ, ਆਰਡਰ, ਕੋਹਰੈਂਸ ਐਂਡ ਕੰਪਲੀਟਨੈਸ ਆਫ ਐਨ ਆਈਡੀਆ। ਹੁਣ ਇਹਦਾ ਕੀ ਮਤਲਬ ਆ, ਜਦੋਂ ਅਸੀਂ ਪੈਰਾਗ੍ਰਾਫ ਲਿਖਦੇ ਹਾਂ ਉਹਦੇ ਵਿੱਚ ਇੱਕ ਏਕਤਾ ਹੋਣੀ ਚਾਹੀਦੀ, ਮੀਨਸ ਇੱਕੋ ਟੋਪਿਕ 'ਤੇ ਉਹਦੇ ਇਰਦ ਗਿਰਦ ਹੀ ਸਾਰੇ ਸੈਂਟੈਂਸ ਘੁੰਮਣੇ ਚਾਹੀਦੇ ਨੇ। ਆਰਡਰ, ਇੱਕ ਸੀਕੁਐਂਸ ਹੋਣਾ ਚਾਹੀਦਾ। ਜਿਵੇਂ ਅਸੀਂ ਪਿਕਨਿਕ 'ਤੇ ਲਿਖ ਰਹੇ ਹਾਂ, ਅਸੀਂ ਸਵੇਰੇ ਉੱਠੇ, ਅਸੀਂ ਐਂ ਤਿਆਰ ਹੋਏ, ਐਂ ਗਏ ਉੱਥੇ, ਐਂ ਇੰਜੋਏ ਕੀਤਾ, ਇੰਝ ਵਾਪਸ ਆ ਗਏ। ਸੋ ਇਸੇ ਆਰਡਰ ਦੇ ਵਿੱਚ ਸਾਰੇ ਸੈਂਟੈਂਸ ਹੋਣੇ ਚਾਹੀਦੇ। ਇਹ ਨਹੀਂ ਕਿ ਅਸੀਂ ਪਹਿਲਾਂ ਵਾਪਸ ਆਉਣ ਦੀ ਗੱਲ ਕੀਤੀ ਅਤੇ ਬਾਅਦ 'ਚ ਜਾਣ ਦੀ ਗੱਲ ਕਰੀਏ, ਹੈ ਨਾ। ਅਤੇ ਅਗਲੀ ਗੱਲ ਕੀ ਹੈ ਫਿਰ, ਉਹਦੇ ਵਿੱਚ ਸਪਸ਼ਟਤਾ ਹੋਣੀ ਚਾਹੀਦੀ ਹੈ। ਜਿਹੜੇ ਸੈਂਟੈਂਸ ਤੁਸੀਂ ਲਿਖ ਰਹੇ ਹੋ ਕੰਪਲੀਟ ਹੋਣੇ ਚਾਹੀਦੇ ਨੇ, ਉਹਨਾਂ ਦਾ ਕੋਈ ਸੈਂਸ ਬਣਦਾ ਹੋਵੇ। ਇਹ ਨਹੀਂ ਵੀ ਜਿਹੜਾ ਸ਼ਬਦ ਜਿੱਧਰ ਮਰਜ਼ੀ ਲਿਖ ਦਿਓ ਉਹਦੀ ਕੋਈ ਸੈਂਸ ਹੀ ਨਾ ਬਣਦੀ ਹੋਵੇ, ਹੈ ਨਾ। ਉਸ ਆਈਡੀਆ ਨਾਲ ਰਿਲੇਟਡ ਹੀ ਜਿਹੜੇ ਵਿਸ਼ੇ 'ਤੇ ਤੁਸੀਂ ਪੈਰਾਗ੍ਰਾਫ ਲਿਖ ਰਹੇ ਹੋ। ਵੈਨ ਵੀ ਰਾਈਟ ਅ ਪੈਰਾਗ੍ਰਾਫ ਵੀ ਸ਼ੁੱਡ ਫੋਕਸ ਔਨ ਅ ਵਨ ਆਈਡੀਆ। ਜਦੋਂ ਅਸੀਂ ਪੈਰਾਗ੍ਰਾਫ ਲਿਖਣਾ, ਸਾਨੂੰ ਜਿਹੜਾ ਟੋਪਿਕ ਅਸੀਂ ਚੂਜ਼ ਕੀਤਾ ਉਹਦੇ ਇਰਦ ਗਿਰਦ ਹੀ ਰਹਿਣਾ ਚਾਹੀਦਾ। ਲੈਟਸ ਰਾਈਟ ਅ ਪੈਰਾਗ੍ਰਾਫ ਔਨ ਅ ਪਿਕਨਿਕ ਵੀ ਵੈਂਟ ਫॉर। ਲਓ ਜੀ, ਹੁਣ ਦੇਖੋ ਤੁਹਾਡੀ ਬੁੱਕ ਦੇ ਉੱਤੇ ਜਦੋਂ ਕੋਈ ਪੈਰਾਗ੍ਰਾਫ ਦਿੱਤਾ ਹੁੰਦਾ, ਮੋਸਟਲੀ ਹੁਣ ਇਹ ਤੁਸੀਂ ਇਸ ਤੋਂ ਉੱਪਰਲੀਆਂ ਕਲਾਸਾਂ ਜਿਉਂ-ਜਿਉਂ ਤੁਸੀਂ ਜਾਓਗੇ ਤੁਹਾਨੂੰ ਹਿੰਟਸ ਪ੍ਰੋਵਾਈਡ ਕਰਵਾਏ ਜਾਣਗੇ। ਜਿੱਦਾਂ ਕਿ ਹੁਣ ਇੱਥੇ ਤੁਹਾਨੂੰ ਪਹਿਲਾਂ ਹਿੰਟਸ ਪ੍ਰੋਵਾਈਡ ਕਰਵਾਏ ਗਏ ਨੇ। ਠੀਕ ਹੈ, ਇਹਨਾਂ ਹਿੰਟਸ ਨੂੰ ਅਸੀਂ ਯੂਜ਼ ਕਰਨਾ ਸਮਾਰਟਲੀ। ਕਿੱਦਾਂ? ਇਹਨਾਂ ਹਿੰਟਸ ਨੂੰ ਯੂਜ਼ ਕਰਕੇ ਅਸੀਂ ਪਹਿਲਾਂ ਮਾਈਂਡ ਮੈਪ ਤਿਆਰ ਕਰਨਾ। ਠੀਕ, ਜਿਹਦੇ 'ਚ ਅਸੀਂ ਕੁਝ ਵੀ ਬਾਹਰੋਂ ਨਹੀਂ ਯਾਦ ਕਰਨ ਦੀ ਲੋੜ ਨਹੀਂ, ਕੁਝ ਬਾਹਰੋਂ ਲੈਣ ਨਹੀਂ ਜਾਣਾ। ਇਹਨਾਂ ਹੀ ਵਰਡਸ ਨੂੰ ਚੱਕ ਕੇ, ਇਹਨਾਂ ਹੀ ਫਰੇਜ਼ਸ ਨੂੰ ਚੱਕ ਕੇ ਅਸੀਂ ਪਹਿਲਾਂ ਪ੍ਰਪੇਅਰ ਕਰਾਂਗੇ ਮਾਈਂਡ ਮੈਪ। ਦੇਖੋ ਹੁਣ ਮੈਂ ਤੁਹਾਨੂੰ ਉਹਦਾ ਮਾਈਂਡ ਮੈਪ ਦਿਖਾ ਰਹੀ ਹਾਂ। ਦੇਖੋ ਆ ਸਕੂਲ ਪਿਕਨਿਕ ਦਾ, ਇਹ 'ਚ ਕੁਝ ਵੀ ਬਾਹਰੋਂ ਨਹੀਂ ਲਿਆ। ਜੋ ਹਿੰਟ ਦਿੱਤੇ ਗਏ ਨੇ ਤੁਸੀਂ ਉਹਨਾਂ ਨੂੰ ਹੀ ਯੂਜ਼ ਕਰਕੇ ਇਸ ਤਰੀਕੇ ਨਾਲ ਮੇਰੇ ਵਾਲਿਆਂ ਨੂੰ ਵੀ ਸੋਹਣਾ ਮਾਈਂਡ ਮੈਪ ਤੁਸੀਂ ਬਣਾ ਦੇਣਾ ਪੇਪਰ 'ਚ। ਇਹਦੇ ਨਾਲ ਬੇਟਾ ਹਾਫ ਕੰਮ ਤਾਂ ਹੋ ਗਿਆ। ਠੀਕ, ਜਿੰਨੇ ਮਾਰਕਸ ਦਾ ਤੁਹਾਡਾ ਪੈਰਾਗ੍ਰਾਫ ਆ ਹਾਫ ਕੰਪਲੀਟ ਹੋ ਗਏ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਹਨਾਂ ਹੀ ਹਿੰਟਸ ਨੂੰ ਯੂਜ਼ ਕਰਦੇ ਹੋਏ ਅਸੀਂ ਬਲੈਂਕਸ ਦੀ ਤਰ੍ਹਾਂ ਭਰ ਕੇ ਪੈਰਾਗ੍ਰਾਫ ਲਿਖ ਸਕਦੇ ਹਾਂ। ਹੁਣ ਤੁਹਾਡੀ ਬੁੱਕ 'ਤੇ ਦੇਖੋ ਇਹ ਪੈਰਾਗ੍ਰਾਫ ਆਲਰੇਡੀ ਪ੍ਰੋਵਾਈਡ ਉਹਨਾਂ ਨੇ ਕਰਵਾਇਆ ਗਾ। ਠੀਕ ਹੈ, ਥੋੜ੍ਹਾ ਲੈਂਥੀ ਹੈ, ਕਈ ਬੱਚਿਆਂ ਨੂੰ ਟਫ ਵੀ ਲੱਗ ਸਕਦਾ। ਅਗਰ ਜਿਹੜੇ ਬੱਚਿਆਂ ਨੂੰ ਇਹ ਪੈਰਾਗ੍ਰਾਫ ਟਫ ਲੱਗੇ ਉਹ ਥੋੜ੍ਹਾ ਹੋਰ ਈਜ਼ੀ ਵੇ ਨਾਲ ਵੀ ਮੈਂ ਤੁਹਾਨੂੰ ਸਮਝਾਉਂਦੀ ਹਾਂ, ਤੁਸੀਂ ਉੱਦਾਂ ਲਿਖ ਲਿਓ। ਜਿਹੜੇ ਇਹ ਬੱਚੇ ਯਾਦ ਕਰ ਸਕਦੇ ਉਹ ਇੱਦਾਂ ਹੀ ਲਿਖਣ, ਹੈ ਨਾ। ਪਿਕਨਿਕ ਇਜ਼ ਵਨ ਥਿੰਗ ਦੈਟ ਵੀ ਆਲਵੇਜ਼ ਲੁੱਕ ਫਾਰਵਰਡ ਟੂ। This time it was announced that we would go on a school picnic to the local city garden. We were all very excited. On the day of picnic, I woke up early. My mother packed a lot of food items for me and my friends. We reached school in time to board the buses. Bus. ਇੱਕ ਬੱਸ 'ਚ ਜਾ ਰਹੇ ਹੋ ਬੱਸ ਲਿਖ ਦਾਂਗੇ, ਅਗਰ 2 ਬੱਸਿਸ ਜਾ ਰਹੀਆਂ ਤਾਂ ਬੱਸਿਸ ਕਰ ਦਾਂਗੇ। ਠੀਕ ਹੈ, ਆਵਰ ਇੰਗਲਿਸ਼ ਟੀਚਰ ਐਂਡ ਸਪੋਰਟਸ ਟੀਚਰ। ਠੀਕ, ਹੁਣ ਤੁਸੀਂ ਇੱਥੇ ਆ ਗਿਆ ਡਿਪੈਂਡ ਔਨ ਵੀ ਇੱਕ ਟੀਚਰ ਵੀ ਲਿਖ ਸਕਦੇ ਹੋ, ਵੱਧ ਵੀ ਲਿਖ ਸਕਦੇ ਹੋ, ਹੈ ਨਾ। ਟੀਚਰਸ ਵੀ ਲਿਖ ਸਕਦੇ ਹੋ, ਸਪੈਸੀਫਿਕ ਨਹੀਂ ਵੀ ਲਿਖਣਾ ਚਾਹੁੰਦੇ ਇੰਗਲਿਸ਼ ਟੀਚਰ ਜਾਂ ਸਪੋਰਟਸ ਟੀਚਰ ਤਾਂ ਕੋਈ ਪ੍ਰੋਬਲਮ ਨਹੀਂ, ਟੀਚਰਸ ਲਿਖ ਦਿਓ ਉੱਥੇ ਇਕੱਲਾ ਵਰਡ। ਹਾਂ, ਹੁਣ ਇੱਥੇ ਵਰਡ ਆ ਗਿਆ ਅਕੰਪਨੀ, ਇਹਦਾ ਮਤਲਬ ਸਾਡੇ ਨਾਲ ਗਏ, ਹੈ ਨਾ। The bus started at 8 a.m. We enjoyed the journey and had great fun, singing songs. Finally, we reached the garden. It was very peaceful there. The weather was also very pleasant. We got busy on swings and started running and playing. We were all in high spirits. In the afternoon, we had lunch. We shared our food.
with each other. After lunch, our teachers made us play many games. It was fun. We laughed and enjoyed ourselves. Soon it was evening and time to go back. We wore the buses again and reached home by 7. It was a memorable day and I'm going to cherish it forever. ਸੋ ਇਹ ਤੁਹਾਡੀ ਬੁੱਕ 'ਤੇ ਲਿਖਿਆ ਹੋਇਆ। ਟਰਾਂਸਲੇਟ ਮੈਨੂੰ ਤਾਂ ਨਹੀਂ ਕੀਤਾ, ਮੈਨੂੰ ਪਤਾ ਤੁਸੀਂ ਈਜ਼ੀਲੀ ਇਹਨੂੰ ਅੰਡਰਸਟੈਂਡ ਕਰ ਸਕਦੇ ਹੋ। ਹਰ ਇੱਕ ਚੀਜ਼ ਨੂੰ ਟਰਾਂਸਲੇਟ ਕਰਨ ਦੀ ਜ਼ਰੂਰਤ ਨਹੀਂ ਹੈ। ਸੋ ਇਹ ਹੋ ਗਿਆ ਪੈਰਾਗ੍ਰਾਫ ਜਿਹੜਾ ਤੁਹਾਡੀ ਬੁੱਕ 'ਤੇ ਅਵੇਲੇਬਲ ਆ। ਹੁਣ ਜਿੱਦਾਂ ਮੈਂ ਤੁਹਾਨੂੰ ਦੱਸਿਆ, ਪਹਿਲਾਂ ਤੁਸੀਂ ਮਾਈਂਡ ਮੈਪ ਬਣਾ ਦੇਣਾ। ਇਹ ਤੁਹਾਡੀ ਬੁੱਕ 'ਤੇ ਕਿਤੇ ਨਹੀਂ ਬਣਾਇਆ। ਇਹਦੇ ਨਾਲ ਅੱਧਾ ਕੰਮ ਹੋ ਗਿਆ। ਹੁਣ ਤੁਸੀਂ ਅਗਰ ਉਹ ਨਹੀਂ ਯਾਦ ਕਰ ਸਕਦੇ ਤਾਂ ਈਜ਼ੀ ਵੇ ਆ, ਜਿਹੜੇ ਸਾਨੂੰ ਹਿੰਟਸ ਦਿੱਤੇ ਹੋਏ ਨੇ ਅਸੀਂ ਉਹਨੂੰ ਬਲੈਂਕਸ ਦੀ ਤਰ੍ਹਾਂ ਭਰ ਲੈਣਾ। ਇੱਕ ਅੱਧਾ ਜਿਹੜਾ ਮਤਲਬ ਸੈਂਟੈਂਸ ਆ ਉਹਦੇ ਵਿੱਚ ਹੋਰ ਐਡ ਆਨ ਕਰ ਦੇਣਾ ਅਤੇ ਸਾਡਾ ਪੈਰਾਗ੍ਰਾਫ ਤਿਆਰ ਹੋ ਜਾਵੇਗਾ। ਜਿੱਦਾਂ ਹੁਣ ਮੈਂ ਇੱਥੇ ਇਹ ਕੀਤਾ ਗਾ, ਆਵਰ ਸਕੂਲ ਔਰਗੇਨਾਈਜ਼ਡ ਆ ਪਿਕਨਿਕ, ਕਿਉਂਕਿ ਸਟਾਰਟਿੰਗ ਤਾਂ ਕਰਨੀ ਹੈ ਨਾ ਕਿਤੇ ਉੱਥੇ ਉਹਦੇ ਨਾਲੋਂ ਜਿਹੜਾ ਤੁਹਾਨੂੰ ਬੁੱਕ 'ਤੇ ਦਿੱਤਾ ਹੋਇਆ ਉਹਦੇ ਨਾਲੋਂ ਇੱਕ ਇਹ ਲਾਈਨ ਈਜ਼ੀ ਆ, ਇਸ ਲਾਈਨ ਨਾਲ ਤੁਸੀਂ ਸਟਾਰਟ ਕਰ ਸਕਦੇ ਹੋ। ਠੀਕ ਹੈ, ਫਿਰ ਆਲ ਐਕਸਾਈਟਡ ਦਿੱਤਾ ਹੋਇਆ, ਉਹਦੇ ਮੇਰੇ ਮੂਹਰੇ ਲਿਖੋ ਵੀ ਆਲ ਐਕਸਾਈਟਡ। ਲਓ ਜੀ, ਹੋਰ ਕੁਛ ਵੀ ਨਹੀਂ ਕਰਨਾ, ਤੁਸੀਂ ਵੀ ਲਾਇਆ, ਤੁਹਾਡਾ ਸੈਂਟੈਂਸ ਕੰਪਲੀਟ ਹੋ ਗਿਆ। ਮੈਂ ਦੇਖੋ ਜਿਹੜੇ ਰੈੱਡ ਨਾਲ ਲਿਖੇ ਨੇ ਉਹ ਤੁਸੀਂ ਆਪਣੇ ਕੋਲੋਂ ਲਿਖਣੇ ਨੇ, ਯਾਦ ਕਰਾਂਗੇ। ਫੁੱਲ ਸਟੋਪ ਲਗਾਉਣਾ ਨਹੀਂ ਭੁੱਲਣਾ। ਹੁਣ ਤੁਸੀਂ ਐਕਸਾਈਟਡ ਤੋਂ ਬਾਅਦ ਫੁੱਲ ਸਟੋਪ ਲਗਾਤਾ ਤਾਂ ਸੈਂਟੈਂਸ ਕੰਪਲੀਟ ਹੋ ਗਿਆ। ਅਗਲਾ ਉਹਨਾਂ ਨੇ ਦਿੱਤਾ ਹੋਇਆ ਸਾਨੂੰ ਹਿੰਟ, ਵੋਕ ਅਪ अर्ਲੀ, ਉਹਦੇ ਮੂਹਰੇ ਆਈ ਲਗਾਓ। ਆਈ ਵੋਕ ਅਪ अर्ਲੀ, ਮੈਂ ਸਵੇਰੇ ਜਲਦੀ ਉੱਠਿਆ, ਅਤੇ अर्ਲੀ ਤੋਂ ਬਾਅਦ ਫੁੱਲ ਸਟੋਪ ਮੈਂ ਰੈੱਡ 'ਚ ਲਗਾਇਆ, ਉਹ ਤੁਸੀਂ ਲਗਾਉਣਾ ਆਈ ਲਿਖ ਕੇ, ਅਤੇ ਇਹ ਵੀ ਸੈਂਟੈਂਸ ਸਾਡਾ ਕੰਪਲੀਟ ਹੋ ਗਿਆ। ਪੈਕਡ ਫੂਡ ਲਿਖਿਆ ਹੋਇਆ, ਸੋ ਉਹਦੇ ਮੂਹਰੇ ਮਾਈ ਮਦਰ, ਚਾਹੇ ਆਈ ਵੀ ਲਿਖ ਸਕਦੇ ਹੋ, ਕੋਈ ਪ੍ਰੋਬਲਮ ਨਹੀਂ। ਆਈ ਪੈਕਡ ਫੂਡ, ਠੀਕ ਹੈ, ਜਾਂ ਮਾਈ ਮਦਰ ਪੈਕਡ ਆ ਲੋਟ ਆਫ ਫੂਡ। ਠੀਕ, ਸੋ ਜਿੰਨਾ ਮਰਜ਼ੀ ਈਜ਼ੀ ਕਰਕੇ ਇਸ ਸੈਂਟੈਂਸ ਨੂੰ ਤੁਸੀਂ ਕੰਪਲੀਟ ਕਰ ਸਕਦੇ ਹੋ। ਨੈਕਸਟ ਹੈ ਰੀਚਡ ਇਨ ਟਾਈਮ, ਉਹਦੇ 'ਚ ਵੀ ਰੀਚਡ ਇਨ ਟਾਈਮ, ਕਿੱਥੇ ਪਹੁੰਚੇ, ਸਕੂਲ ਪਹੁੰਚੇ ਨਾ, ਸਕੂਲੋਂ ਜਾਣਾ ਸੀ ਟ੍ਰਿਪ ਲਈ, ਸੋ ਅਸੀਂ ਲਿਖਾਂਗੇ ਵੀ ਰੀਚਡ ਸਕੂਲ ਇਨ ਟਾਈਮ। ਟਾਈਮ ਤੋਂ ਬਾਅਦ ਤੁਸੀਂ ਫੁੱਲ ਸਟੋਪ ਲਗਾ ਦੇਣਾ। ਇਹ ਵੀ ਸੈਂਟੈਂਸ ਤੁਹਾਡਾ ਹੋ ਗਿਆ ਕੰਪਲੀਟ। ਫਿਰ ਆਪਾਂ ਅੱਗੇ ਗੱਲ ਕੀਤੀ ਸੀ ਉਹਨੇ ਵੀ ਟੀਚਰਸ ਸਾਡੇ ਨਾਲ ਗਏ ਹੈ ਨਾ, ਉੱਥੇ ਜਿਹੜੇ ਔਖੇ ਵਰਡ ਨੇ ਦੋਨੋਂ ਦਿੱਤੇ ਹੋਏ ਨੇ। ਆਵਰ ਟੀਚਰਸ, ਸਾਡੇ ਟੀਚਰ ਹੈ ਨਾ, ਆਵਰ ਟੀਚਰਸ ਵਰ ਅਕੰਪਨੀਇੰਗ ਅਸ, ਸਾਡੇ ਨਾਲ ਗਏ। ਅਸ ਤੁਸੀਂ ਉਹਦੇ ਕੋਲੋਂ ਲਾਉਣਾ ਬਾਹਰ, ਕਿਉਂਕਿ ਟੀਚਰਸ ਲਿਖਿਆ ਤੁਸੀਂ ਐਂਡ 'ਤੇ ਲਗਾ ਦੇਣਾ ਫੁੱਲ ਸਟੋਪ। ਓਕੇ, ਇਹ ਸੈਂਟੈਂਸ ਵੀ ਕੰਪਲੀਟ ਹੋ ਗਿਆ। ਅੱਗੇ ਬੱਸ ਸਟਾਰਟਡ, ਇਹ ਹਿੰਟ ਦਿੱਤਾ ਹੋਇਆ ਨਾ ਸਾਨੂੰ। ਹੁਣ ਅਸੀਂ ਕੀ ਲਿਖਾਂ, ਦਾ, ਬੱਸ ਦੇ ਮੂਹਰੇ ਲਾਉਂਗੇ ਦਾ। ਸਟਾਰਟਡ ਤੋਂ ਬਾਅਦ ਲਿਖਾਂਗੇ 8 AM 9 AM, ਜਿੰਨਾ ਤੁਸੀਂ ਤੇ ਮਰਜ਼ੀ ਲਿਖ ਦਿਓ। ਇਹ ਵੀ ਸੈਂਟੈਂਸ ਹੋ ਗਿਆ ਕੰਪਲੀਟ। ਅੱਗੇ ਹੈਗਾ ਇੰਜੋਇਡ, ਸਾਨੂੰ ਹਿੰਟ ਦਿੱਤਾ ਉਹਨਾਂ ਨੇ ਇੰਜੋਇਡ, ਸੋ ਵੀ ਇੰਜੋਇਡ ਦਾ ਜਰਨੀ ਫੁੱਲ ਸਟੋਪ, ਅਸੀਂ ਜਿਹੜੀ ਯਾਤਰਾ ਅਸੀਂ ਇੰਜੋਏ ਕੀਤੀ। ਫਿਰ ਰੀਚਡ ਦਾ ਸਪੋਟ ਲਿਖਿਆ ਹੋਇਆ ਹੈ ਨਾ, ਉੱਥੇ ਗਾਰਡਨ ਵੀ ਸੀ, ਤੁਸੀਂ ਨਹੀਂ ਵੀ ਸਪੋਟ ਉੱਦਾਂ ਹੀ ਯੂਜ਼ ਕਰਨਾ। ਫਾਈਨਲੀ ਵੀ ਰੀਚਡ ਦਾ ਸਪੋਟ, ਵੀ ਰੀਚਡ ਦਾ ਵੀ ਇਕੱਲਾ ਲਿਖ ਦਿਓ, ਵੀ ਕਰਕੇ ਵੀ ਤਦ ਵੀ ਹੋ ਜੂ ਸਹੀ, ਫੁੱਲ ਸਟੋਪ ਲਗਾ ਦੇਣਾ। ਠੀਕ, ਅੱਗੇ ਹੈਗਾ ਟੁੱਕ ਸਵਿੰਗਸ ਹੈ ਨਾ, ਸੋ ਉੱਥੇ ਵੀ ਟੁੱਕ ਸਵਿੰਗਸ, ਈਜ਼ੀ ਤੋਂ ਈਜ਼ੀ ਸੈਂਟੈਂਸ ਬਣਾਓ, ਫੁੱਲ ਸਟੋਪ। ਫਿਰ ਉਦੋਂ ਬਾਅਦ ਆ ਗਿਆ ਹਾਈ ਸਪਿਰਿਟਸ, ਫਿਰ ਉਹਦੇ ਮੂਹਰੇ ਵੀ ਵਰ ਆਲ ਇਨ ਹਾਈ ਸਪਿਰਿਟਸ। ਠੀਕ, ਹੁਣ ਟੁੱਕ ਲੰਚ ਆ, ਅਤੇ ਉਹਦੇ ਮੂਹਰੇ ਤੁਸੀਂ ਇਨ ਦਾ ਆਫਟਰਨੂਨ ਲਿਖ ਲਓ, ਇਨ ਦਾ ਆਫਟਰਨੂਨ ਵੀ ਟੁੱਕ ਲੰਚ। ਦੁਪਹਿਰ ਨੂੰ ਅਸੀਂ ਭੋਜਨ ਆਪਦਾ ਦੁਪਹਿਰ ਦਾ ਭੋਜਨ ਖਾਧਾ। ਅਗਰ ਤੁਸੀਂ ਉਹ ਸ਼ੇਅਰਡ ਵਾਲੀ ਲਾਈਨ ਲਿਖ ਸਕਦੇ ਹੋ ਯਾਦ ਕਰਕੇ ਤਾਂ ਲਿਖ ਲਓ, ਨਹੀਂ ਤਾਂ ਫਿਰ ਕੋਈ ਗੱਲ ਨਹੀਂ। ਫਿਰ ਹੁਣ ਉਦੋਂ ਬਾਅਦ ਇੱਥੇ ਤੱਕ ਲੰਚ ਤੱਕ ਗੱਲ ਆ ਗਈ, ਉਦੋਂ ਬਾਅਦ ਸਾਨੂੰ ਇਹ ਵੀ ਤਾਂ ਲਿਖਣਾ ਪਊ ਅਸੀਂ ਉੱਥੇ ਕੀ ਕੀ ਕੀਤਾ। ਅਸੀਂ ਉੱਥੇ ਗੇਮਾਂ ਖੇਡੀਆਂ, ਅਸੀਂ ਉੱਥੇ ਗੀਤ ਗਾਏ, ਅਸੀਂ ਉੱਥੇ ਨੱਚੇ। ਸੋ ਇਹ ਦੋ ਸੈਂਟੈਂਸ ਤੁਸੀਂ ਬੇਟਾ ਯਾਦ ਕਰ ਲੈਣੇ ਨੇ। ਵੀ ਪਲੇਡ ਮੈਨੀ ਗੇਮਸ ਦੇਅਰ, ਵੀ ਸੈਂਗ ਐਂਡ ਡਾਂਸਡ। ਠੀਕ, ਉਸ ਤੋਂ ਬਾਅਦ ਆ ਗਿਆ ਗ੍ਰੇਟ ਫਨ, ਉਹਦੇ ਮੂਹਰੇ ਲਿਖੋ ਇਟ ਵਾਜ਼ ਅ ਗ੍ਰੇਟ ਫਨ। ਮੈਂ ਇੱਥੇ ਇਹ ਲਿਖਣਾ ਭੁੱਲ ਗਈ, ਉੱਥੇ ਲਿਖ ਲਿਓ ਇਟ ਵਾਜ਼ ਅ ਗ੍ਰੇਟ ਫਨ। ਓਕੇ, ਫਿਰ ਹੋ ਗਿਆ ਸਾਰੀ ਗੱਲ। ਹੁਣ ਵਾਪਸ ਆਉਣ ਦੀ ਗੱਲ ਕਰਨੀ ਆ, ਕਦੋਂ ਵਾਪਸ ਆਏ, ਸ਼ਾਮ ਨੂੰ ਆਏ, ਸੋ ਇਨ ਦਾ ਈਵਨਿੰਗ ਆ ਗਿਆ। ਇਨ ਦਾ ਈਵਨਿੰਗ ਵੀ ਕੇਮ ਬੈਕ ਹੈ ਨਾ, ਵਾਪਸ ਆ ਗਏ। ਸੋ ਐਂਡ 'ਤੇ ਲਾਸਟ ਲਾਈਨ ਨਾਲ ਅਸੀਂ ਕਿਵੇਂ ਖ਼ਤਮ ਕਰਦੇ ਹਾਂ, ਵੀ ਬਹੁਤ ਵਧੀਆ ਦਿਨ ਸੀ। ਇਟ ਵਾਜ਼ ਅ ਵੰਡਰਫੁਲ ਐਂਡ ਮੈਮੋਰੇਬਲ ਡੇ। ਸੋ ਇਹ ਹੋ ਗਿਆ ਤੁਹਾਡਾ ਆ ਪਿਕਨਿਕ ਜਾਂ ਆ ਸਕੂਲ ਪਿਕਨਿਕ ਐਸੇ। ਇਸ ਤਰੀਕੇ ਨਾਲ ਤੁਸੀਂ ਬੇਟਾ, ਅਗਰ ਤੁਹਾਡੇ ਕੋਈ ਜ਼ਰੂਰੀ ਨਹੀਂ, ਜਿਹੜੇ ਹਿੰਟਸ ਦਿੱਤੇ ਹੋਏ ਨੇ ਅਗਰ ਤੁਸੀਂ ਉਹਨਾਂ ਨੂੰ ਯੂਜ਼ ਕਰਕੇ ਪੈਰਾਗ੍ਰਾਫ ਲਿਖਣਾ ਚਾਹੁੰਦੇ ਹੋ ਤਾਂ ਵੈਲ ਐਂਡ ਗੁੱਡ ਹੈ। ਅਗਰ ਤੁਹਾਨੂੰ ਇਸ ਤੋਂ ਇਲਾਵਾ ਤੁਸੀਂ ਕੋਈ ਹੋਰ ਯਾਦ ਕੀਤਾ ਹੋਇਆ ਪਿਕਨਿਕ ਨਾਲ ਰਿਲੇਟਡ ਹੈ ਤਾਂ ਤੁਸੀਂ ਉਹ ਵੀ ਇੱਥੇ ਲਿਖ ਸਕਦੇ ਹੋ। ਕੋਈ ਜ਼ਰੂਰੀ ਨਹੀਂ ਕਿ ਇਹੀ ਹਿੰਟ ਯੂਜ਼ ਕਰਕੇ ਲਿਖਣਾ ਹੈ, ਸਿਰਫ ਤੁਹਾਨੂੰ ਹਿੰਟਸ ਦਿੱਤੇ ਗਏ ਨੇ। ਠੀਕ ਹੈ, ਸੋ ਦੈਟਸ ਆਲ। ਹੁਣ ਆਪਾਂ ਨੈਕਸਟ ਵੀਡੀਓ ਦੇ ਵਿੱਚ ਆਵਰ ਸਕੂਲ ਲਾਇਬ੍ਰੇਰੀ ਜਿਹੜਾ ਨੈਕਸਟ ਪੈਰਾਗ੍ਰਾਫ ਆ
ਉਹ ਕਰਾਂਗੇ। ਜਦ ਤੱਕ ਤੁਸੀਂ ਇਹਨੂੰ ਰਾਈਟ ਡਾਊਨ ਕਰੋ ਔਰ ਕਰੋ ਲਰਨ। ਬਾਏ ਬਾਏ।